ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਟੀ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਤੇਂਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਏਹ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ, ਧਨ ਤੇਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਮੇਰਾ ਮਾਥੈ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ ਸੁਰ ਨਾਰ ਮੋਨ ਜਾਨ। ਤਿਨਹੁ ਤੇ ਦੂਰ ਰਹਾ, ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ। ਚਰਨ ਸ਼ਰਨ ਨਾਮਾ ਵਲ ਤਿਹਾਰੀ, ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ। ਚਰਨ ਸ਼ਰਨ ਨਾਮਾ ਬਲ ਤਿਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 694 ਤੇ ਸੁਸ਼ੋਭਿਤ ਹੈ ਤੇ ਭਗਤ ਨਾਮਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ। ਸੋ ਭਗਤ ਜੀ ਕੀ ਬਚਨ ਕਰਦੇ ਨੇ, ਆਓ ਆਪਾਂ ਸਮਝਦੇ ਹਾਂ। ਪਤਿਤ ਪਾਵਨ ਮਾਧੋ ਬਿਰਧ ਤੇਰਾ, ਹਰ ਇੱਕ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ, ਆਦਤ ਹੁੰਦੀ ਹੈ। ਸੋ ਇੱਕ ਸੁਭਾਅ, ਇੱਕ ਆਦਤ ਕਹਿ ਲੈਂਦੇ, ਇੱਕ ਡਿਊਟੀ ਹੁੰਦੀ ਹੈ। ਡਿਊਟੀ ਜਿਹੜੀ ਹੈ, ਡਿਊਟੀ ਫਿਰ ਨਾ ਚਾਹੁੰਦਿਆਂ ਹੋਇਆ ਵੀ ਬੰਦਾ ਕਰਦਾ, ਜਿਹੜੀ ਡਿਊਟੀ ਹੁੰਦੀ ਹੈ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਹੜਾ ਆ, ਉਸ ਦਾ ਵੀ ਇੱਕ ਫਰਜ਼ ਹੈ, ਉਸ ਦੀ ਵੀ ਇੱਕ ਜ਼ਿੰਮੇਵਾਰੀ ਹੈ, ਉਸ ਦੀ ਵੀ ਇੱਕ ਆਦਤ ਹੈ ਮੁੱਢ ਕਦੀਮਾਂ ਦੀ। ਉਹ ਕੀ ਹੈ ਕਿ ਪਾਪੀਆਂ ਨੂੰ ਪਵਿੱਤਰ ਕਰਨਾ। ਪਾਪੀਆਂ ਨੂੰ ਕੋਈ ਪਵਿੱਤਰ ਨਹੀਂ ਕਰ ਸਕਦਾ। ਜਿਹੜੇ ਪਾਪੀ ਨੇ, ਪਾਪ ਕਮਾਉਂਦੇ ਨੇ, ਉਹਨਾਂ ਦੇ ਲੇਖੇ ਹੁੰਦੇ ਨੇ। ਜਦੋਂ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਇਹ ਭੋਗਦਾ, ਫਿਰ ਇਸ ਦੇ ਪਾਪ ਖਤਮ ਹੁੰਦੇ ਨੇ। ਸੋ ਉਂਝ ਇਸ ਦੇ ਪਾਪ ਖਤਮ ਨਹੀਂ ਹੁੰਦੇ। ਪਰ ਅਕਾਲ ਪੁਰਖ ਜੀ ਐਸੇ ਨੇ, ਸੋ ਜੇਕਰ ਪਾਪੀ ਉਸ ਦੀ ਸ਼ਰਨ ਵਿੱਚ ਆ ਜਾਵੇ ਤੇ ਅਕਾਲ ਪੁਰਖ ਉਹਨੂੰ ਪਵਿੱਤਰ ਕਰਦਾ ਹੈ। ਅਕਾਲ ਪੁਰਖ ਪਰਮਾਤਮਾ ਸਤਿਗੁਰੂ ਗੁਰ ਪਰਮੇਸ਼ਰ ਇੱਕੋ ਜਾਨ। ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਸਤਿਗੁਰੂ ਜੀ ਮਹਾਰਾਜ ਉਸੇ ਵਕਤ ਪਾਪੀਆਂ ਨੂੰ ਪਵਿੱਤਰ ਕਰਦੇ, ਪਰ ਜੇ ਕੋਈ ਸ਼ਰਨ ਵਿੱਚ ਆ ਜਾਵੇ, ਇੱਕ ਨਹੀਂ ਅਨੇਕਾਂ ਕਥਾ ਕਹਾਣੀਆਂ ਨੇ, ਕਿਸ ਕਿਸ ਨੂੰ ਨਹੀਂ ਪਵਿੱਤਰ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਅਨੇਕਾਂ ਹੀ ਪਾਪੀਆਂ ਦਾ ਸਤਿਗੁਰੂ ਜੀ ਨੇ ਉਧਾਰ ਕੀਤਾ। 10 ਜਾਮੇ ਸਤਿਗੁਰਾਂ ਨੇ ਧਾਰਨ ਕੀਤੇ। ਵੱਡੇ ਵੱਡੇ ਪਾਪੀ ਜਿਹੜੇ ਸਨ, ਉਹਨਾਂ ਨੂੰ ਉਤਾਰ ਦਿੱਤਾ। ਪਰ ਇਹ ਆ ਵੀ ਅਹਿਸਾਸ ਹੋ ਜਾਵੇ। ਹੁਣ ਜੇ ਪਾਪੀ ਕਹਿੰਦਾ ਮੈਂ ਜੋ ਕਰਦਾ ਠੀਕ ਕਰਦਾ, ਗਲਤ ਕੰਮ ਕਰਨ ਵਾਲਾ ਕਹੀ ਜਾਂਦਾ ਮੈਂ ਤਾਂ ਸਹੀ ਕਰਦਾ, ਮੈਂ ਤਾਂ ਗਲਤ ਕਰਦਾ ਹੀ ਨਹੀਂ, ਉਹਦਾ ਆਧਾਰ ਨਹੀਂ। ਸੋ ਜਿਹੜਾ ਗਲਤ ਕਰਨ ਵਾਲੇ ਨੂੰ ਜਦੋਂ ਅਹਿਸਾਸ ਹੁੰਦਾ, ਸਿਲੰਡਰ ਕਰ ਜਾਂਦਾ ਵੀ ਸੱਚੇ ਪਾਤਸ਼ਾਹ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਵੀ ਪਤਾ ਹੀ ਕੋਈ ਨਹੀਂ ਹੈ ਵੀ ਕਿੰਨੇ ਕੁ ਮਾੜੇ ਕਰਮ ਜਿਹੜੇ ਹੈ ਉਹ ਅਸੀਂ ਕਰ ਚੁੱਕੇ ਹਾਂ। ਇਹਦਾ ਕੋਈ ਅੰਤ ਹੀ ਨਹੀਂ ਹੈ। ਹਰ ਕਿਰਪਾ ਕਰਕੇ ਬਖਸ਼ ਲਓ, ਹਮ ਪਾਪੀ ਵੱਡ ਗੁਨਾਹਗਾਰ। ਇੱਕ ਹੁੰਦਾ ਗੁਨਾਹਗਾਰ, ਇੱਕ ਹੁੰਦਾ ਵੱਡ ਗੁਨਾਹਗਾਰ। ਵੀ ਵੱਡੇ ਗੁਨਾਹਗਾਰ ਹਾਂ, ਵੱਡਾ ਗੁਨਾਹਗਾਰ ਹੁੰਦਾ ਜਿਹੜਾ ਹੁਕਮ ਦੀ ਉਲੰਘਣਾ ਕਰਦਾ। ਹੁਕਮ ਕਿਹਦਾ? ਪਾਰ ਬ੍ਰਹਮ ਪਰਮੇਸ਼ਰ ਦਾ। ਰੱਬ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਵੱਡੇ ਗੁਨਾਹਗਾਰ ਹੁੰਦੇ ਨੇ, ਵੱਡੇ। ਸਤਿਗੁਰੂ ਜੀ ਦਾ ਹੁਕਮ ਜੋ ਹੈ, ਜਦੋਂ ਆਪਾਂ ਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ, ਫਿਰ ਹੁਕਮ ਦੀ ਸੋਝੀ ਆਉਂਦੀ ਵੀ ਹੁਕਮ ਹੈ ਕੀ। ਬਾਣੀ ਪੜ੍ਹਨੀ ਆ, ਸੁਣਨੀ ਆ, ਵਿਚਾਰਨੀ ਆ, ਇੱਧਰਲੇ ਪਾਸੇ ਚਿੱਤ ਖਿਆਲ ਨਹੀਂ ਤਾਂ ਹੁਕਮ ਦਾ ਕਿਵੇਂ ਪਤਾ ਲੱਗੇਗਾ। ਫਿਰ ਗੁਨਾਹਗਾਰ ਬਣ ਜਾਈਦਾ, ਵੱਡ ਗੁਨਾਹਗਾਰ, ਵੱਡੇ ਗੁਨਾਹਗਾਰ ਬਣ ਜਾਈਦਾ। ਮਹਾਰਾਜ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ, ਕਹਿੰਦੇ ਮੈਂ ਤਾਂ ਡਿੱਗਿਆ ਹੋਇਆ ਸੀ, ਪਤਿਤ ਸੀ। ਪਤਿਤ ਹੁੰਦਾ ਡਿੱਗ ਗਿਆ। ਤੂੰ ਪਾਵਨ, ਪਵਿੱਤਰ ਕਰਨੇ ਵਾਲਾ। ਮਾਧੋ, ਹੇ ਮਾਇਆ ਦੇ ਪਤੀ, ਇਹ ਤੇਰਾ ਬਿਰਧ ਹੈ। ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਕੁ ਪਾਪੀਆਂ ਨੂੰ ਤੂੰ ਤਾਰਿਆ। ਸੋ ਉਹਨੂੰ ਕਿਹਾ ਜਾਂਦਾ ਵੀ ਤਾਰਾ ਜਿਹੜਾ ਡੁੱਬਿਆ ਹੋਇਆ ਹੁੰਦਾ, ਜਿਹੜਾ ਪਹਿਲੋਂ ਹੀ ਜਹਾਜ਼ 'ਤੇ ਬੈਠਾ ਆ ਉਹ ਤਾਂ ਤਰ ਗਿਆ। ਜਿਹੜਾ ਡੁੱਬਿਆ ਹੋਇਆ ਉਹਨੂੰ ਬਾਹਰ ਕੱਢ ਕੇ ਤਾਰ ਦੇਣਾ, ਇਹ ਪੂਰਾ ਗੁਰੂ ਕਰ ਸਕਦਾ। ਜਿਹੜਾ ਵਿਕਾਰਾਂ ਵਿੱਚ ਡਿੱਗ ਗਿਆ ਉਹ ਬੰਦਗੀ ਕਰਨ ਲੱਗ ਜਾਵੇ, ਜਿਹੜਾ ਮਾੜੇ ਪਾਸੇ ਲੱਗਿਆ ਹੋਇਆ ਵਿਕਾਰ ਭੋਗਦਾ, ਉਹ ਧਰਮ ਕਮਾਉਣ ਲੱਗ ਪਵੇ, ਇਹ ਵੱਡੀ ਗੱਲ ਹੈ। ਗੁਰੂ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਹੈਰਾਨਗੀ ਹੁੰਦੀ ਜਦੋਂ ਸੱਜਣ ਠੱਗ ਵਰਗੇ ਸੰਤ ਬਣ ਗਏ, ਕੌਡੇ ਰਾਖਸ਼ ਵਰਗੇ ਸੰਤ ਬਣ ਗਏ। ਇਹ ਗੁਰੂ ਨਾਨਕ ਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਭਾਈ ਬਿਧੀ ਚੰਦ ਜੀ ਪੂਰਨ ਬ੍ਰਹਮ ਗਿਆਨੀ ਬਣੇ। ਭਾਈ ਬਿਧੀ ਚੰਦ ਜੀ ਦਾ ਪਹਿਲਾ ਜੀਵਨ ਚੋਰੀਆਂ ਦਾ ਸੀ।
ਹੇਰਾ ਫੇਰੀਆਂ ਕਰਨੀਆਂ, ਚੋਰੀਆਂ ਕਰਨੀਆਂ, ਡਾਕੇ ਲਾਉਣੇ। ਵਾਲਮੀਕ ਦਾ ਪਹਿਲਾ ਜਨਮ ਕੀ ਸੀ? ਵਾਲਮੀਕ ਸੋ ਬਹੁਤ ਬੁਰੀ ਤਰ੍ਹਾਂ ਪਾਪਾਂ ਦੇ ਵਿੱਚ ਫਸਿਆ ਹੋਇਆ ਸੀ। ਹੱਤਿਆ ਕਰਨੀ, ਲੁੱਟਣਾ। ਪਹਿਲੋਂ ਹੱਤਿਆ ਕਰਦਾ ਸੀ, ਫਿਰ ਲੁੱਟਦਾ ਸੀਗਾ ਰਾਹਗੀਰ ਮੁਸਾਫਰਾਂ ਨੂੰ। ਪਰ ਉਹਦਾ ਬਿਰਧ ਦੇਖੋ, ਸੋ ਜਿਹੜੇ ਡਿੱਗ ਚੁੱਕੇ ਸਨ ਉਹਨਾਂ ਨੂੰ ਨੇ ਪਾਰ ਕਰ ਦਿੱਤਾ। ਇਹ ਤੂੰ ਹੀ ਕਰ ਸਕਦਾ ਹੈ, ਤੇਰੇ ਤੋਂ ਬਿਨਾਂ ਹੋਰ ਨਹੀਂ ਕੋਈ ਕਰ ਸਕਦਾ ਹੈ। ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਰਿਸ਼ੀ ਮੁਨੀ ਇਹ ਕੋਈ ਭੇਖ ਦਾ ਨਾਂ ਨਹੀਂ। ਉਂਝ ਰਿਸ਼ੀ ਮੁਨੀ ਵਿਦਵਾਨਾਂ ਨੂੰ ਕਿਹਾ ਜਾਂਦਾ। ਪੁਰਾਤਨ ਸਮੇਂ ਵਿੱਚ ਜਿਵੇਂ ਅੱਜ ਸਾਡੀਆਂ ਯੂਨੀਵਰਸਿਟੀਆਂ ਆ, ਕਾਲਜ ਨੇ, ਸਕੂਲ ਨੇ, ਪਹਿਲੇ ਸਮਿਆਂ ਦੇ ਵਿੱਚ ਇਹ ਆਸ਼ਰਮ ਹੁੰਦੇ ਸੀ। ਇਹਨਾਂ ਦੇ ਸੰਚਾਲਕ ਰਿਸ਼ੀ ਮੁਨੀ ਹੁੰਦੇ ਸੀ। ਵਿਦਵਾਨਾਂ ਨੂੰ ਰਿਸ਼ੀ ਕਿਹਾ ਜਾਂਦਾ ਸੀ। ਜਿਹੜੇ ਵਿਦਵਾਨ ਹੁੰਦੇ ਸੀਗੇ ਉਹਨਾਂ ਨੇ ਵੇਦਾਂ ਦਾ ਅਧਿਐਨ ਕੀਤਾ ਹੁੰਦਾ ਸੀ, ਸਿਮਰਤੀਆਂ, ਸ਼ਾਸਤਰ, ਪੁਰਾਣ, ਸੋ ਇਹਨਾਂ ਦਾ, ਗ੍ਰੰਥਾਂ ਦਾ ਉਹਨਾਂ ਨੇ ਖੂਬ ਅਧਿਐਨ ਕੀਤਾ ਹੁੰਦਾ ਸੀਗਾ। ਰਾਜੇ ਮਹਾਰਾਜਿਆਂ ਦੇ ਬੱਚੇ ਵੀ ਜਿਹੜੇ ਹੁੰਦੇ ਸੀ ਉਹ ਫਿਰ ਆਸ਼ਰਮ ਦੇ ਵਿੱਚ ਜਾ ਕੇ ਪੜ੍ਹਾਈ ਕਰਦੇ ਹੁੰਦੇ ਸੀ। ਵਿੱਦਿਆ ਗੁਰੂ ਉਹ ਵੱਖਰਾ ਹੁੰਦਾ ਸੀ ਅਤੇ ਸ਼ਸਤਰ ਵਿੱਦਿਆ ਦਾ ਗੁਰੂ ਵੱਖਰਾ ਹੁੰਦਾ ਸੀਗਾ। ਸ਼ਸਤਰ ਚਲਾਉਣਾ ਇਹ ਆਉਣਾ ਚਾਹੀਦਾ, ਜ਼ਰੂਰੀ। ਇਹ ਬਚਪਨ ਤੋਂ ਹੀ ਵਿੱਦਿਆ ਦਿੱਤੀ ਜਾਂਦੀ। ਸਭ ਕੁਝ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਦੇ ਵਿੱਚ ਹੀ ਹੁੰਦਾ ਸੀਗਾ। ਮੁਨੀ ਸ਼ਬਦ ਆ, ਮੁਨੀ ਵੀ ਕਿਸੇ ਭੇਖ ਦਾ ਥੋੜ੍ਹੀ ਨਾਂ ਆ। ਮੁਨੀ ਇਹ ਨਹੀਂ ਵੀ ਜਿਹੜਾ ਮੌਨ ਵਰਤ ਰੱਖ ਲਵੇ ਮੁਨੀ ਹੁੰਦਾ। ਉਂਝ ਤਾਂ ਜਿਹੜਾ ਬੋਲਦਾ ਕੁਝ ਨਹੀਂ, ਚੁੱਪ ਕਰ ਜਾਂਦਾ, ਉਹਨੂੰ ਮੁਨੀ ਕਹਿੰਦੇ ਆ। ਨਹੀਂ, ਗੁਰਮਤ ਦੇ ਵਿੱਚ ਮੁਨੀ ਉਹ ਹੈ ਜਿਸ ਨੇ ਮਨ ਨੂੰ ਮੁੰਦ ਲਿਆ, ਜਿਸ ਨੇ ਮਨ ਨੂੰ ਚੁੱਪ ਕਰਾਇਆ। ਜੇ ਮਨ ਹੀ ਚੁੱਪ ਨਾ, ਮਨ ਦਾ ਰੌਲਾ ਹੀ ਪੈਂਦਾ ਰਿਹਾ, ਮਨ ਕਾ ਸ਼ੋਰ, ਜਿੰਨਾ ਚਿਰ ਮਨ ਦਾ ਸ਼ੋਰ ਹੈ ਸੱਚ ਦਾ ਹੁਕਮ ਨਹੀਂ ਸਾਨੂੰ ਸੁਣੇਗਾ, ਸੱਚ ਦੀ ਆਵਾਜ਼ ਨਹੀਂ ਸੁਣੇਗਾ। ਰੌਲੇ ਗੌਲੇ ਦੇ ਵਿੱਚ ਆਪਣਿਆਂ ਦੀ ਆਵਾਜ਼ ਨਹੀਂ ਸੁਣਦੀ ਹੈ। ਰੌਲੇ ਗੌਲੇ 'ਚ ਕੁਝ ਪਤਾ ਲੱਗਦਾ ਨਹੀਂ। ਜਦੋਂ ਚੁੱਪ ਚਾਹ ਹੁੰਦੀ ਫਿਰ ਆਵਾਜ਼ ਸੁਣਦੀ ਹੈ। ਸੋ ਅੰਦਰ ਹਰ ਇੱਕ ਦੇ ਰੱਬੀ ਹੁਕਮ ਹੈ, ਸੱਚ ਦੀ ਆਵਾਜ਼ ਹੈ। ਮਨ ਦਾ ਰੌਲਾ ਹੀ ਇੰਨਾ ਆ ਕਿ ਉਹ ਜਿਹੜੀ ਸੱਚ ਦੀ ਆਵਾਜ਼ ਹੈ ਉਹ ਸੁਣਦੀ ਹੀ ਨਹੀਂ ਹੈ ਵੀ ਸੱਚ ਕੀ ਬੋਲ ਰਿਹਾ ਹੈ। ਜੋਤ ਸਭਨਾਂ ਵਿੱਚ ਹੈ, ਜੋਤ ਨੂੰ ਹੀ ਸੱਚ ਕਿਹਾ ਜਾਂਦਾ। ਹੁਣ ਜੇ ਸੱਚ ਹੈ ਤਾਂ ਸੱਚ ਕਦੀ ਚੁੱਪ ਬੈਠਦਾ? ਸੱਚ ਥੋੜ੍ਹੀ ਚੁੱਪ ਬੈਠਦਾ, ਕੋਈ ਮੰਨੇ ਜਾਂ ਨਾ ਮੰਨੇ। ਸੱਚ ਨੇ ਤਾਂ ਸੱਚ ਕਹਿਣਾ ਹੀ ਕਹਿਣਾ, ਸੱਚ ਕਦੀ ਚੁੱਪ ਨਹੀਂ ਰਹਿੰਦਾ ਹੁੰਦਾ ਹੈ। ਉਹ ਵੱਖਰੀ ਗੱਲ ਵੀ ਸਾਨੂੰ ਸੱਚ ਦੀ ਆਵਾਜ਼ ਸੁਣਦੀ ਨਹੀਂ ਹੈ। ਸੁਣਦੀ ਇਸ ਕਰਕੇ ਨਹੀਂ ਹੈ, ਮਨ ਦਾ ਰੌਲਾ ਬੜਾ। ਮਨ ਦਾ ਰੌਲਾ ਕਿੰਨਾ ਕੁ ਰੌਲਾ ਆ, ਮਨ ਇੱਕ ਸੈਕਿੰਡ ਵਾਸਤੇ ਵੀ ਚੁੱਪ ਨਹੀਂ ਕਰਦਾ। ਇੱਕ ਮੰਗ ਮੰਗਦਾ ਉਹਨੂੰ ਛੱਡਦਾ, ਦੂਜੀ ਮੰਗਦਾ ਉਹਨੂੰ ਛੱਡਦਾ। ਹਰ ਵਕਤ ਇਹ ਡਿਮਾਂਡਾਂ ਦੇ ਵਿੱਚ ਹੀ ਇਹ ਘਿਰਿਆ ਰਹਿੰਦਾ, ਵਿਕਾਰਾਂ ਦੇ ਵਿੱਚ ਘਿਰਿਆ ਰਹਿੰਦਾ। ਭਗਤ ਜੀ ਕਹਿੰਦੇ ਮਨ ਵੇਕਾਰੀ ਵੇੜਿਆ ਵੇਕਾਰਾ ਕਾਰ ਕਮਾਏ। ਹੁਣ ਜਿੱਦਾਂ ਦੀ ਇਹਦੀ ਸੰਗਤ ਹੈ ਉੱਦਾਂ ਦੀ ਡਿਮਾਂਡ ਹੈ। ਵਿਕਾਰਾਂ ਦੀ ਸੰਗਤ ਹੈ, ਡਿਮਾਂਡਾਂ ਵੀ ਇਹਦੀਆਂ ਮਾੜੀਆਂ ਮਨ ਦੀਆਂ। ਖਾਣ ਦੀ ਡਿਮਾਂਡ, ਪੀਣ ਦੀ ਡਿਮਾਂਡ, ਦੇਖਣ ਦੀ ਡਿਮਾਂਡ, ਪਹਿਨਣ ਦੀ ਡਿਮਾਂਡ, ਪਤਾ ਨਹੀਂ ਕਿੰਨੀਆਂ ਕਿਹਦੀਆਂ ਇੱਛਾਵਾਂ ਹੁੰਦੀਆਂ। ਮਨ ਦਾ ਤਾਂ ਰੌਲਾ ਹੀ ਬਹੁਤ ਜ਼ਿਆਦਾ ਹੈ। ਇਸੇ ਕਰਕੇ ਸਾਨੂੰ ਉਹ ਸੱਚ ਦੀ ਆਵਾਜ਼ ਨਹੀਂ ਸੁਣਦੀ ਹੈ। ਮਨ ਨੂੰ ਮੁੰਦਣਾ ਹੁੰਦਾ, ਮਨ ਨੂੰ ਚੁੱਪ ਕਰਾਉਣਾ। ਮਨ ਕਿੱਦਾਂ ਚੁੱਪ ਹੋ ਸਕਦਾ? ਜਦੋਂ ਮਨ ਦੇ ਸਾਰੇ ਸ਼ੰਕੇ ਨਿਵਰਤ ਹੋ ਜਾਵਣ, ਮਨ ਚੁੱਪ ਕਰ ਜਾਂਦਾ। ਸਵਾਲ ਕਰਨੇ ਵਾਲਾ ਕਦੋਂ ਚੁੱਪ ਕਰਦਾ? ਜਦੋਂ ਉਸ ਦੇ ਸਵਾਲ ਦਾ ਜਵਾਬ ਉਸ ਨੂੰ ਮਿਲ ਜਾਂਦਾ, ਉਹ ਚੁੱਪ ਕਰ ਜਾਂਦਾ ਹੈ। ਸੋ ਮਨ ਦੇ ਸਵਾਲ ਨੇ, ਸਵਾਲ ਜਦੋਂ ਗੁਰੂ ਦੇ ਸ਼ਬਦ ਦੁਆਰਾ ਇਹਨੂੰ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ, ਇਹ ਚੁੱਪ ਕਰ ਜਾਂਦਾ ਹੈ। ਇਹ ਫਿਰ ਮੁਨੀ ਬਣ ਜਾਂਦਾ। ਉਹਨੂੰ ਮੁਨੀ ਆਖਿਆ। ਉਹਨੂੰ ਕਿਹਾ ਭਗਤ ਨਾਮਦੇਵ ਜੀ ਨੇ, ਧਨ ਤੇ ਵੈ ਮੁਨ। ਫਿਰ ਮੁਨੀ ਨਾਲ ਜਨ ਕਹਿ ਦਿੱਤਾ। ਇੱਥੇ ਭਗਤ ਨੇ ਪਹਿਲੋਂ ਤਾਂ ਜਨ ਨੂੰ ਮੁਨੀ ਕਿਹਾ। ਜਨ ਹੁੰਦਾ ਸੇਵਕ, ਅਤੇ ਸੇਵਕ ਹੀ ਚੁੱਪ ਕਰਦਾ ਹੁੰਦਾ। ਚੁੱਪ ਕਾਹਦੇ ਵਾਸਤੇ ਕੀਤਾ? ਵੀ ਮਾਲਕ ਦੀ ਗੱਲ ਸੁਣ ਲਈਏ। ਮੈਂ ਕਿਹੜਾ ਆਪਣੀ ਕੋਈ ਮਰਜ਼ੀ ਕਰ ਸਕਦਾ, ਮਾਲਕ ਨੇ ਜੋ ਕਹਿਣਾ ਉਹ ਕੰਮ ਕਰਨਾ। ਜਿੰਨਾ ਚਿਕਰ ਮੁਨੀ
ਜਨ ਨਹੀਂ ਬਣਦਾ, ਉਨਾ ਚਿਕਰ ਇਹ ਮਨ ਨੂੰ ਮੁੰਦ ਨਹੀਂ ਸਕਦਾ, ਉਨਾ ਚਿਕਰ ਇਹਦਾ ਮਨ ਚੁੱਪ ਨਹੀਂ ਕਰ ਸਕਦਾ। ਸੋ ਜਦੋਂ ਇਹ ਮਨ ਜਨ ਬਣ ਗਿਆ, ਇਹ ਮੁਨੀ ਬਣ ਗਿਆ, ਇਹ ਮੁਨੀ ਬਣ ਗਿਆ। ਫਿਰ ਉਹਨਾਂ ਮੁਨੀਆਂ ਤੋਂ ਲਾਹਾ ਲੈਣ ਵਾਸਤੇ ਨਾ, ਜਦੋਂ ਮਨ ਮੁਨੀ ਬਣ ਜਾਂਦਾ, ਮਨ ਮੋਨ ਧਾਰਨ ਕਰ ਲੈਂਦਾ, ਮਨ ਚੁੱਪ ਕਰ ਜਾਂਦਾ, ਆਗਿਆ ਦੇ ਵਿੱਚ ਆ ਜਾਂਦਾ ਹੈ, ਉਸ ਮਨ ਤੋਂ ਲਾਹਾ ਲੈਣ ਵਾਸਤੇ ਫਿਰ ਕਈ ਉਹਨਾਂ ਦੇ ਜਨ ਬਣਦੇ ਨੇ, ਉਹਨਾਂ ਦੇ ਸੇਵਕ ਬਣਦੇ ਨੇ। ਸੋ ਉਹ ਹੁਣ ਜਿਹੜੇ ਉਹਨਾਂ ਦੇ ਸੇਵਕ ਬਣ ਗਏ, ਮੁਨੀਆਂ ਦੇ ਜਨ ਬਣ ਗਏ, ਉਹ ਵੀ ਤਰਦੇ ਨੇ। ਤਦੇ ਕਿਹਾ ਮਹਾਰਾਜ ਕਹਿੰਦੇ ਸੰਗੀ ਸਾਥੀ ਸਗਲ ਤਰਾਈ। ਸੋ ਜਿਹੜਾ ਰੱਬ ਦਾ ਭਗਤ ਆਪ ਤਾਂ ਤਰਦਾ ਹੀ ਤਰਦਾ, ਅਵਰੈ ਮੁਕਤ ਕਰਾਵੇ। ਜਿਹੜੇ ਦੇ ਨਾਲ ਦੇ ਜਨ ਬਣ ਗਏ ਉਹਨਾਂ ਨੂੰ ਵੀ ਉਹ ਮੋਕਸ਼ ਪਦ ਬਖਸ਼ਿਸ਼ ਕਰ ਦਿੰਦਾ ਹੈ। ਸ਼ਬਦ ਦੇ ਵਿੱਚ ਪਾਵਰ, ਇਹ ਗੁਰਬਾਣੀ ਦੇ ਵਿੱਚ ਤਾਕਤ ਹੈ। ਇਹ ਕੋਈ ਆਪਣੇ ਕੋਲੋਂ ਨਹੀਂ ਕਿਸੇ ਨੇ ਤਾਕਤ ਵਰਤਣੀ, ਗੁਰਬਾਣੀ 'ਚ ਤਾਕਤ ਹੀ ਐਸੀ ਹੈ। ਦੇਖੋ ਜਦੋਂ ਬੱਦਲਾਂ 'ਚੋਂ ਮੀਂਹ ਪੈਂਦਾ, ਇਹ ਬੱਦਲਾਂ ਦਾ ਜਿਹੜਾ ਮੀਂਹ ਹੈ, ਉਸ ਵੇਲੇ ਥੋੜ੍ਹੀ ਵੀ ਇੱਕ ਖੇਤ 'ਚ ਪੈਣਾ ਦੂਜੇ ਖੇਤ 'ਚ ਨਹੀਂ ਪੈਣਾ, ਜਾਂ ਵੱਝ ਕੇ ਥੋੜ੍ਹੀ ਪੈਂਦਾ। ਜਿੱਦਾਂ ਹੁਣ ਜ਼ਿਮੀਂਦਾਰ ਆਪਣੇ ਖੇਤ ਨੂੰ ਪਾਣੀ ਦਿੰਦਾ, ਉਹ ਪਾਣੀ ਨੂੰ ਬੰਨ੍ਹਦਾ ਹੈ। ਸੋ ਉਹਦੇ ਖੇਤ ਨੂੰ ਪਾਣੀ ਜਾ ਰਿਹਾ ਅਤੇ ਨਾਲ ਦਾ ਖੇਤ ਸੁੱਕਾ ਪਿਆ, ਉਹ ਸੁੱਕਾ ਹੋਇਆ। ਜਦੋਂ ਬੱਦਲ ਵਰਖਾ ਕਰਦੇ ਉਹਦਾ ਕੋਈ ਬੰਨਾ ਨਹੀਂ ਹੁੰਦਾ। ਸੋ ਉਹ ਜਿੱਥੇ ਜਿੱਥੇ ਬੱਦਲ ਦਾ ਪ੍ਰਭਾਵ ਹੈ, ਜਿਹੜੇ ਜਿਹੜੇ ਬੱਦਲ ਦੇ ਪ੍ਰਭਾਵ ਥੱਲੇ ਆ ਜਾਂਦੇ, ਉੱਥੇ ਉਹ ਜਲ ਥਲ ਕਰ ਦਿੰਦਾ, ਉੱਥੇ ਐਨ ਪੂਰੀ ਤਰ੍ਹਾਂ ਸੋ ਉਹ ਮੀਂਹ ਪਾ ਦਿੰਦਾ ਹੈ। ਸੋ ਇਸੇ ਤਰ੍ਹਾਂ ਹੀ ਰੱਬ ਦੀ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਹੁੰਦੀ ਹੈ। ਜਦੋਂ ਮਨ ਮੁਨੀ ਬਣ ਜਾਂਦਾ, ਜਦੋਂ ਚੁੱਪ ਕਰ ਜਾਂਦਾ, ਫਿਰ ਉਹਦੀ ਕਿਰਪਾ ਦਾ ਮੀਂਹ ਪੈਂਦਾ। ਉਹਦੀ ਕਿਰਪਾ ਦਾ ਮੀਂਹ ਪਿਆ, ਉਹਦੇ ਨਾਲ ਫਿਰ ਜਿਹੜੇ ਉਹਦੇ ਸੰਗੀ ਸਾਥੀ ਹੁੰਦੇ ਨੇ ਸਾਰੇ, ਸੋ ਉਹਨਾਂ 'ਤੇ ਵੀ ਕਿਰਪਾ ਹੁੰਦੀ ਹੈ। ਜਿਹੜੇ ਜਨ ਬਣ ਗਏ, ਜਿਹੜੇ ਸੇਵਕ ਹੁੰਦੇ ਨੇ। ਸੋ ਪਹਿਲਾਂ ਜਨ ਮੁਨੀ ਜਨ ਬਣਿਆ ਤਾਂ ਉਹਦੇ 'ਤੇ ਕਿਰਪਾ ਦਾ ਮੀਂਹ ਪਿਆ। ਇਸ ਕਰਕੇ ਉਹ ਆਪਣੇ ਸੰਗੀਆਂ ਸਾਥੀਆਂ ਨੂੰ ਜਨ ਬਣਨਾ ਹੀ ਦੱਸਦਾ, ਕਹਿੰਦਾ ਜਨ ਬਣੋ। ਜਦੋਂ ਜਨ ਬਣ ਗਏ ਮੁਨੀ ਦੇ, ਉਹਨੂੰ ਕਿਹਾ ਜਾਂਦਾ ਜਨ ਦੇ ਜਨ, ਦਾਸਾਂ ਦੇ ਦਾਸ। ਮੁਨੀ ਤਾਂ ਆਪਣੇ ਆਪ ਨੂੰ ਕਹਿੰਦਾ ਨਹੀਂ ਮੈਂ ਸੰਤ ਹੈ, ਮੁਨੀ ਤਾਂ ਇਹੀ ਕਹਿੰਦਾ ਵੀ ਮੈਂ ਸੇਵਕ ਹੈ। ਹੁਣ ਸੇਵਕ ਦਾ ਸੇਵਕ, ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰਦਇਆ ਧਾਰ ਜਗਨਾਥਾ। ਕਿਉਂ ਕਿਰਪਾ ਤਾਂ ਉੱਤੇ ਵੀ ਹੋ ਜਾਣੀ ਜਿਹੜਾ ਸੇਵਕ ਬਣ ਗਿਆ। ਇਸ ਕਰਕੇ ਦਾਸਾਂ ਦੇ ਦਾਸ ਬਣ 'ਚ ਹਰਜ ਵੀ ਕੀ ਹੈ। ਜੇ ਮੁਨੀ 'ਤੇ ਕਿਰਪਾ ਹੋਈ, ਸੰਤ 'ਤੇ ਕਿਰਪਾ, ਅਤੇ ਕਿਰਪਾ ਜਨ 'ਤੇ ਵੀ ਹੁੰਦੀ ਹੈ। ਸੋ ਭਗਤ ਨਾਮਦੇਵ ਜੀ ਕਿਰਪਾ ਕਰਦੇ, ਜਿਨ ਧਿਆਇਓ ਹਰ ਪ੍ਰਭ ਮੇਰਾ। ਪਰ ਧੰਨ ਉਹ ਮੁਨੀ ਜਨ ਨੇ ਜਿਨ੍ਹਾਂ ਨੇ ਪਰਮਾਤਮਾ ਪਰਮੇਸ਼ਰ ਨੂੰ ਮੇਰਾ ਕਰਕੇ ਧਿਆਇਆ, ਆਪਣਾ ਕਰਕੇ ਧਿਆਇਆ, ਬਗਾਨਾ ਕਰਕੇ ਨਹੀਂ। ਇਹਦਾ ਫਰਕ ਹੁੰਦਾ ਹੈ। ਕਬੀਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਕਾਮ ਪਰੇ ਹਰ ਸਿਮਰੀਏ। ਜਦੋਂ ਅਸੀਂ ਕੰਮ ਪੈਣ ਤੇ ਇਹਨੂੰ ਯਾਦ ਕਰਦੇ ਤਾਂ ਮਤਲਬ ਉਹ ਸਾਡਾ ਨਹੀਂ ਹੈ, ਉਹ ਬਗਾਨਾ ਆ। ਅਤੇ ਆਮ ਤੌਰ 'ਤੇ ਜਿੰਨੀ ਲੁਕਾਈ ਹੈ, ਜਦੋਂ ਕੰਮ ਪੈਂਦਾ ਉਦੋਂ ਤੇ ਆਉਂਦੇ ਨੇ। ਦੁੱਖ ਪੈ ਗਿਆ ਉਦੋਂ ਚੇਤੇ ਕਰ ਲਿਆ, ਦੁੱਖ ਮੇ ਸਿਮਰਨ ਹਰ ਸਭ ਕਰੇ, ਸੁਖ ਮੇ ਕਰ ਨਾ ਕੋਈ। ਸੁਖ ਮੇ ਜੇ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਜਦੋਂ ਆਪਣਾ ਬਣਾਉਣਾ ਹੁੰਦਾ, ਫਿਰ ਜਿਹੜਾ ਆਪਣਾ ਹੁੰਦਾ ਅਤੇ ਉਹਨੂੰ ਕੰਮ ਦਾ ਵੀ ਪਤਾ ਹੁੰਦਾ, ਉਹ ਜ਼ਿੰਮੇਵਾਰੀ ਹੁੰਦੀ ਹੈ। ਹੁਣ ਪਰਿਵਾਰਕ ਮੈਂਬਰ ਨੇ ਜਿਹੜੇ, ਅਤੇ ਉੱਥੇ ਉਹਨੂੰ ਜ਼ਿੰਮੇਵਾਰੀ ਦੱਸਣੀ ਥੋੜ੍ਹੀ ਪੈਂਦੀ ਹੈ। ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਪਤਾ ਹੁੰਦਾ। ਖਾਸ ਤੌਰ 'ਤੇ ਜਿਹੜਾ ਪਰਿਵਾਰ ਦਾ ਮੁਖੀਆ, ਸੋ ਉਹਦੀ ਤਾਂ ਜ਼ਿੰਮੇਵਾਰੀ ਵੱਡੀ, ਸਾਰੇ ਪਰਿਵਾਰ ਨੂੰ ਉਹਨੇ ਵੇਖਣਾ। ਮਾਂ ਬਾਪ ਨੂੰ ਜਿਹੜੇ ਬੱਚੇ, ਸੋ ਉਹ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਥੋੜ੍ਹੀ ਦਿਵਾਉਂਦੇ ਆ। ਮਾਂ ਬਾਪ ਨੂੰ ਨਹੀਂ, ਬੱਚੇ ਨਹੀਂ ਦਿਲਾਉਂਦੇ, ਬੱਚਿਆਂ ਦਾ ਹੱਕ ਹੀ ਹੈ। ਅਤੇ ਮਾਂ ਬਾਪ ਨੂੰ ਪਤਾ ਵੀ ਹਾਂ ਵੀ ਸਾਡੀ ਇਹ ਜ਼ਿੰਮੇਵਾਰੀ ਹੈ, ਕਿਉਂਕਿ ਵੱਡੇ ਨੇ। ਜਦੋਂ ਅਸੀਂ ਗੁਰੂ ਨੂੰ ਮਾਂ ਬਾਪ ਮੰਨ ਲਿਆ ਵੀ ਮੇਰੇ ਮਾਤਾ ਪਿਤਾ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਫਿਰ ਸਿਸਟਮ ਹੀ ਖਤਮ ਹੋ ਜਾਂਦਾ ਵੀ ਮੇਰੇ ਕੋਲ ਕੰਮ ਪੈਣ 'ਤੇ ਹੀ ਉਹਨਾਂ ਨੂੰ ਕਹਿਣਾ। ਉਹ ਲੋੜ ਤੋਂ ਪਹਿਲੋਂ ਹੀ ਉਸ ਨੂੰ ਪਤਾ ਹੁੰਦਾ ਹੈ। ਜਿੱਥੇ ਮਹਾਰਾਜ ਨੇ ਕਹਿਤਾ ਵੀ ਉਹ ਬਿਨਾਂ ਮੰਗਣ ਤੋਂ ਹੀ, ਕਿਉਂਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਬੋਲਣ ਦੀ ਵੀ ਲੋੜ ਨਹੀਂ ਪੈਂਦੀ।
ਬੇਨਤੀ ਹੈ। ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਜਦ ਉਹਦਾ ਹੀ ਬਣ ਗਿਆ ਫਿਰ ਤਾਂ ਮੰਗਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸ ਕਰਕੇ ਆਪਣਾ ਸ਼ਬਦ ਵਰਤਿਆ ਭਗਤ ਨਾਮਦੇਵ ਜੀ ਨੇ, ਮੇਰਾ ਸ਼ਬਦ ਵਰਤਿਆ ਕਿ ਜਿਨ ਧਿਆਇਓ ਹਰ ਪ੍ਰਭ ਮੇਰਾ। ਵੀ ਜਿਸ ਨੇ ਮੇਰੇ ਪ੍ਰਮਾਤਮਾ ਪਰਮੇਸ਼ਰ ਨੂੰ ਧਿਆਣਾ ਕੀਤਾ ਉਹ ਧੰਨ, ਉਹ ਮੁਨੀ ਜਨ, ਉਹ ਧੰਨ ਹੋ ਗਿਆ। ਕਹਿੰਦੇ ਮੇਰਾ ਮਾਥੈ ਲਾਗੀ ਲੈ ਤੂਰ, ਗੋਬਿੰਦ ਚਰਨਨ ਕੀ। ਗੋਬਿੰਦ ਦੇ ਚਰਨ ਕੀ ਹੈ? ਗੋਬਿੰਦ ਦੇ ਚਰਨ ਗੁਰਬਾਣੀ ਹੈ, ਪਰਮੇਸ਼ਰ ਦੇ ਚਰਨ ਗੁਰਬਾਣੀ ਹੈ। ਜੇ ਗੁਰਬਾਣੀ ਪਰਮੇਸ਼ਰ ਦਾ ਰੂਪ ਹੈ, ਗੁਰਬਾਣੀ ਸਤਿਗੁਰੂ ਹੈ, ਤੇ ਫਿਰ ਚਰਨ ਜਾਂ ਹੱਥ ਤੇ ਗੁਰਬਾਣੀ ਹੋਈ ਹੈ ਨਾ। ਫਿਰ ਹੱਥ ਵੀ ਉਹਦੇ ਗੁਰਬਾਣੀ ਹੈ ਤੇ ਚਰਨ ਵੀ ਉਸ ਦੇ ਗੁਰਬਾਣੀ ਹੈ। ਮੇਰੇ ਮਾਥੇ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ। ਹੁਣ ਇਹ ਗੋਬਿੰਦ ਚਰਨ ਦੀ ਜਿਹੜੀ ਧੂੜ ਹੈ ਉਹ ਹੈ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਗਿਆਨ। ਇਹ ਹੈ ਜਿਵੇਂ ਸੂਰਜ ਦੀ ਜਿਹੜੀ ਕਿਰਨ ਹੈ ਉਹਨੂੰ ਜੇ ਚੰਗੀ ਤਰ੍ਹਾਂ ਵੇਖੋ ਤਾਂ ਧੂੜ ਦੇ ਕਣ ਹੁੰਦੇ ਨੇ ਸਾਰੇ ਉਹਦੇ ਵਿੱਚ, ਹੈ ਰੌਸ਼ਨੀ। ਪਰ ਜਦੋਂ ਬੰਦ ਕਮਰੇ ਵਿੱਚ ਇੱਕ ਕਿਰਨ ਆਉਂਦੀ ਹੈ ਨਾ, ਤੇ ਕਿਰਨ ਨੂੰ ਜਦੋਂ ਦੇਖੋਗੇ ਨਿੱਕੇ 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 ਧੂੜ ਦੇ ਕਣ ਹੀ ਦਿਸਦੇ ਨੇ। ਸੋ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਧੂੜ ਦੇ ਕਣ ਨੇ। ਜਿਹੜੀ ਵਿਚਾਰਧਾਰਾ ਹੈ ਉਹਨੇ ਰੋਸ਼ਨੀ ਕਰਨੀ ਹੁੰਦੀ ਹੈ। ਗੁਰਬਾਣੀ ਸੂਰਜ ਹੈ, ਗੁਰਬਾਣੀ ਇੱਕ ਸੂਰਜ ਹੈ, ਗਿਆਨ ਦਾ ਸੋਮਾ ਹੈ। ਜਿਹੜੀ ਇਹਦੇ ਵਿੱਚੋਂ ਵਿਚਾਰਧਾਰਾ ਨਿਕਲਦੀ ਇਹ ਚਰਨ ਧੂੜ ਹੈ, ਇਹਦੇ ਨਾਲ ਰੋਸ਼ਨੀ ਹੁੰਦੀ ਹੈ। ਇਹ ਮੇਰੇ ਮੱਥੇ ਨੂੰ ਲੱਗ ਗਈ। ਭਗਤ ਜੀ ਕਹਿੰਦੇ ਮੱਥੇ ਨੂੰ ਲੱਗਣ ਦਾ ਭਾਵ ਕੀ ਹੈ? ਕਿਉਂਕਿ ਮਸਤਕ ਦੇ ਵਿੱਚ ਹੀ ਹੈ ਨਾ ਜਿਹੜੀ ਸਾਡੀ ਮੱਤ ਹੈ, ਬੁੱਧ ਹੈ। ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਨੂੰ ਲੱਗਣ ਦਾ ਮਤਲਬ ਹੁੰਦਾ ਮੇਰੀ ਬੁੱਧ ਦੇ ਵਿੱਚ ਗੁਰਬਾਣੀ ਦਾ ਗਿਆਨ ਹੋ ਗਿਆ, ਮੈਨੂੰ ਗੁਰਬਾਣੀ ਦੀ ਸਮਝ ਲੱਗ ਗਈ। ਕਹਿਣਾ ਹੁਣ ਮੇਰੇ ਦਿਮਾਗ 'ਚ ਗੱਲ ਪਈ ਆ, ਕਹਿ ਲਈਦਾ ਨਾ ਵੀ ਹੁਣ ਮੈਨੂੰ ਸਮਝ ਆਈ ਹੈ। ਜਦੋਂ ਗੁਰਬਾਣੀ ਦੀ ਸਮਝ ਆ ਗਈ ਇਹਦਾ ਮਤਲਬ ਗੁਰੂ ਦੇ ਚਰਨਾਂ ਦੀ ਚਰਨ ਧੂੜ ਸਾਡੇ ਮੱਥੇ ਨੂੰ ਲੱਗ ਗਈ। ਉਂਝ ਮੱਥਾ ਟੇਕਣਾ ਤਾਂ ਬੜਾ ਸੌਖਾ, ਗੁਰੂ ਨੂੰ ਮੱਥਾ ਟੇਕਣਾ ਝੁਕ ਕੇ ਮੱਥਾ ਟੇਕ ਲਿਆ, ਪਰ ਜਿਹੜੀ ਗੁਰੂ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਉਣੀ ਹੈ ਇਹ ਬੜੀ ਔਖੀ ਹੈ, ਬੜੀ ਕਠਿਨ ਹੈ, ਮਿਲਦੀ ਨਹੀਂ ਹੈ। ਕੋਈ ਭਾਈ ਗੁਰਮੁਖ ਪਿਆਰਾ ਹੋਊਗਾ ਉਹ ਚਰਨਾਂ ਦੀ ਧੂੜ ਸਾਨੂੰ ਦਊ? ਨਹੀਂ, ਚਰਨਾਂ ਦੀ ਧੂੜ ਕਿੱਥੋਂ ਮਿਲੂਗੀ? ਤਾਂ ਕੋਈ ਗੁਰੂ ਦਾ ਪਿਆਰਾ ਸਾਨੂੰ ਗੁਰਬਾਣੀ ਦੀ ਸਮਝ ਦਊਗਾ ਤਦੇ ਹੀ ਸਾਡੇ ਦਿਮਾਗ ਵਿੱਚ ਸਮਝ ਆਉਣੀ। ਇਸ ਕਰਕੇ ਬੜੀ ਮੁਸ਼ਕਿਲ ਦੇ ਨਾਲ ਮਿਲਦੀ ਹੈ। ਫਿਰ ਸਾਡੀ ਮੱਤ ਦੇ ਵਿੱਚ ਹੋਰ ਬੜਾ ਕੂੜ ਕਵਾੜ ਭਰਿਆ ਹੋਇਆ, ਕਈ ਤਰ੍ਹਾਂ ਦੇ ਵਿਚਾਰ ਭਰੇ ਹੋਏ ਨੇ। ਇਸ ਕਰਕੇ ਚਰਨ ਧੂੜ ਉੱਥੇ ਲੱਗਦੀ ਹੀ ਨਹੀਂ। ਜਿੰਨਾ ਚਿਰ ਇਹ ਕੂੜ ਕਵਾੜ ਮੱਤ ਤੋਂ ਧੋਣ ਵਾਸਤੇ ਤਿਆਰ ਨਹੀਂ, ਧੋਣਾ ਤਾਂ ਬਾਣੀ ਨਹੀਂ ਹੈ, ਪਰ ਇਹ ਤਿਆਰ ਤਾਂ ਹੋਵੇ, ਆਪਣੀ ਮਨ ਦੀ ਮੱਤ ਛੱਡਣ ਨੂੰ ਤਿਆਰ ਤਾਂ ਹੋਵੇ। ਜਦੋਂ ਇਹ ਆਪਣੀ ਮਨ ਦੀ ਮੱਤ ਨੂੰ ਛੱਡਣ ਵਾਸਤੇ ਤਿਆਰ ਹੋ ਜਾਂਦਾ ਹੈ ਫਿਰ ਸਤਿਗੁਰੂ ਜੀ ਕਲਾ ਵਰਤਾਉਂਦੇ ਨੇ। ਸੁਭਾਵ ਇਹਦੀ ਮੱਤ ਨੂੰ ਧੋ ਦਿੰਦੇ ਨੇ। ਧੋ ਵੀ ਚਰਨ ਧੂੜ ਨਾਲ ਹੀ ਹੋਣੀ, ਗਿਆਨ ਦੇ ਨਾਲ ਹੀ ਧੋ ਹੋਣੀ। ਫਿਰ ਉਹ ਚਰਨ ਧੂੜ ਦਾ ਜਿਹੜਾ ਚਾਨਣ ਹੈ ਫਿਰ ਇਹਦੀ ਬੁੱਧ ਦੇ ਵਿੱਚ ਹੁੰਦਾ ਹੈ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਮੱਥੇ ਨੂੰ ਇਹ ਚਰਨ ਧੂੜ ਲੱਗ ਗਈ ਹੈ। ਹੁਣ ਭਗਤ ਨਾਮਦੇਵ ਜੀ ਨੂੰ ਜਿਹੜੀ ਬਾਣੀ ਆਈ ਹੈ, ਬਾਣੀ ਉਚਾਰਨ ਕੀਤੀ, ਚਰਨ ਧੂੜ ਦਾ ਨਤੀਜਾ ਹੈ। ਜੇ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਨਾ ਹੁੰਦਾ, ਉਹਨਾਂ ਦੀ ਮੱਤ ਬੁੱਧ 'ਤੇ ਇਸ ਧੂੜੀ ਦਾ ਪ੍ਰਭਾਵ ਨਾ ਹੁੰਦਾ ਅਤੇ ਇਹ ਦਰਗਾਹੀ ਬਚਨ ਲਿਖ ਸਕਦੇ ਸੀ, ਉਚਾਰਨ ਕਰ ਸਕਦੇ ਸੀ। ਕਹਿੰਦੇ ਮੇਰੇ ਮੱਥੇ ਨੂੰ ਲੱਗ ਗਈ। ਮੇਰੇ ਮਾਥੈ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ। ਸੁਰ ਨਰ ਮੁਨ ਜਨ ਤਿਨਹੂ ਤੇ ਦੂਰ। ਜਿਹੜੀ ਇਹ ਚਰਨ ਧੂੜ ਹੈ ਮਿਲਦੀ ਕਿਹਨਾਂ ਨੂੰ ਹੈ? ਜਿਨ੍ਹਾਂ ਨੇ ਸਤਿਗੁਰੂ ਨੂੰ ਆਪਣਾ ਬਣਾਉਣਾ, ਰੱਬ ਨੂੰ ਆਪਣਾ ਬਣਾਇਆ, ਉਹਨਾਂ ਨੂੰ ਚਰਨ ਧੂੜ ਮਿਲਦੀ ਹੈ।
ਆਮ ਨਹੀਂ ਤਾਂ ਦੇਵਤੇ ਹੈ, ਮਨੁੱਖ ਹੈ, ਰਿਸ਼ੀ ਮੁਨੀ ਹੈ, ਵਿਦਵਾਨ, ਰਿਸ਼ੀ ਮੁਨੀ ਵਿਦਵਾਨ ਹੋ ਗਿਆ, ਕਿਉਂਕਿ ਵਿਦਵਤਾ ਦਾ ਹੰਕਾਰ ਹੋ ਜਾਂਦਾ। ਵਿਦਵਤਾ ਦਾ ਹੰਕਾਰ ਹੋ ਗਿਆ, ਇਸ ਕਰਕੇ ਇਹ ਚਰਨ ਧੂੜ ਤੋਂ ਦੂਰ ਹੀ ਰਹਿੰਦੇ। ਤਿਨਹੂ ਤੇ ਦੂਰ, ਉਹ ਇਸ ਚਰਨ ਧੂੜ ਤੋਂ ਦੂਰ ਰਹਿੰਦੇ ਨੇ। ਜਾਂ ਸੁਰ ਨਰ, ਸੁਰ ਨਰ ਇਕੱਠਾ ਸ਼ਬਦ ਲੈ ਲਓ। ਸੁਰ ਨਰ ਤੋਂ ਭਾਵ ਹੁੰਦਾ ਉਹ ਮਨੁੱਖ ਸੋ ਜਿਹੜੇ ਕਹਿੰਦੇ ਵੀ ਅਸੀਂ ਭਲਾ ਕੰਮ ਕਰਦੇ ਹਾਂ, ਅਸੀਂ ਇੰਨਾ ਦਾਨ ਦਿੰਦੇ ਹਾਂ, ਆਹ ਲੰਗਰ ਲਾਉਂਦੇ ਹਾਂ, ਇੰਨੇ ਗਰੀਬਾਂ ਦੀ ਮਦਦ ਕੀਤੀ ਅਸੀਂ, ਸੋ ਆਹ ਕੰਮ ਕੀਤੇ, ਭਲੇ ਕੰਮ ਵੱਲ ਕਰੀ ਜਾਣੇ, ਕਰੀ ਜਾਣੇ। ਸੋ ਭਲੇ ਕੰਮ ਕਰਨੇ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਭਲੇ ਕੰਮ ਕਰਦਿਆਂ ਕਰਦਿਆਂ ਜਦੋਂ ਹੰਕਾਰ ਆ ਜਾਂਦਾ ਹੈ, ਇਹ ਚਰਨ ਧੂੜ ਤੋਂ ਉਹ ਵਾਂਝੇ ਰਹਿ ਜਾਂਦੇ ਨੇ। ਸੋ ਕਰਦਿਆਂ ਕਰਦਿਆਂ ਨਿਸ਼ਕਰਮੀ ਹੋਣਾ ਪੈਂਦਾ, ਨਿਸ਼ਕਾਮ ਦੇ ਵਿੱਚ ਆਉਣਾ ਪੈਂਦਾ। ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਸੋ ਉਸ ਵਕਤ ਇਹ ਪੰਕਤੀ ਯਾਦ ਰੱਖਣੀ ਪੈਂਦੀ ਹੈ। ਉਹ ਚਰਨ ਧੂੜ ਤੋਂ ਵਾਂਝੇ ਰਹਿ ਜਾਂਦੇ ਨੇ, ਭਾਵ ਉਹਨਾਂ ਨੂੰ ਜਿਹੜਾ ਆਤਮਿਕ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਜੇ ਵਿਦਵਤਾ ਦਾ ਗਿਆਨ, ਜੇ ਵਿਦਵਤਾ ਹੈ ਵੀ ਮੈਂ ਇੰਨੇ ਵੇਦ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, ਸ਼ਾਸਤਰ ਪੜ੍ਹ ਲਏ, ਜਾਂ ਮੈਂ ਬੜਾ ਚੰਗਾ ਕਥਾਵਾਚਕ ਹੈ, ਮੈਂ ਭਾਈ ਗੁਰਦਾਸ ਦੀਆਂ 12 ਕਵਿੱਤ, ਭਾਈ ਨੰਦ ਲਾਲ ਦੇ ਗਜ਼ਲਾਂ, ਸੋ ਮੈਂ ਬਹੁਤ ਵਿਦਵਤਾ ਮੈਨੂੰ ਆਉਂਦੀ, ਬੜਾ ਵਿਦਵਤਾ ਦੇ ਵਿੱਚ ਮੈਂ ਮਾਹਰ ਹੋ ਗਿਆ, ਮੇਰੇ ਵਰਗਾ ਕੋਈ ਬਖਤਾ ਨਹੀਂ ਹੋ ਸਕਦਾ। ਉਹ ਵੀ ਚਰਨ ਧੂੜ ਤੋਂ ਵਾਂਝੇ ਹੀ ਰਹਿ ਜਾਂਦੇ ਨੇ। ਇਹ ਚਰਨ ਧੂੜ ਨਾ ਤਿਨਹੂ ਤੇ ਦੂਰ, ਜਿੱਥੇ ਹੰਕਾਰ ਆ ਗਿਆ ਉੱਥੇ ਬ੍ਰਹਮ ਦਾ ਗਿਆਨ ਨਹੀਂ ਕਦੀ ਆ ਸਕਦਾ। ਸੋ ਇਸ ਕਰਕੇ ਇਹ ਜਿਹੜੀ ਚਰਨ ਧੂੜ ਹੈ, ਇਹ ਸਾਨੂੰ ਇਸ ਗੱਲ ਦਾ ਗਿਆਨ ਕਰਾਉਂਦੀ ਆ ਵੀ ਅਹੰਕਾਰੀਆਂ ਤੋਂ ਦੂਰ ਰਹਿਣਾ। ਤਿਨਹੂ ਤੇ ਦੂਰ, ਜਿਨ੍ਹਾਂ ਨੂੰ ਹੰਕਾਰ ਆ ਨਾ, ਹੰਕਾਰੀਆਂ ਤੋਂ ਦੂਰ, ਹੰਕਾਰ ਤੋਂ ਦੂਰ। ਜੋ ਮਨ ਵਿੱਚ ਆ ਸਾਡੇ ਵੀ ਹੰਕਾਰ ਆਉਂਦਾ, ਕਹਿੰਦੇ ਇਹ ਤੋਂ ਦੂਰ, ਕਹਿੰਦੇ ਤਿਨਹੂ ਤੇ ਦੂਰ ਰਹਾਓ। ਦੀਨ ਕਾ ਦਿਆਲ ਮਾਧਵ ਗਰਭ ਪਰਹਾਰੀ। ਸੋ ਜੇ ਅਸੀਂ ਆਪਣੇ ਹੰਕਾਰ ਦੇ ਉੱਤੇ ਪ੍ਰਹਾਰ ਨਹੀਂ ਕਰ ਸਕਦੇ, ਵਾਰ ਨਹੀਂ ਕਰ ਸਕਦੇ, ਕਿਉਂਕਿ ਅਸੀਂ ਖੁਦ ਆਪਣੇ ਹੰਕਾਰ ਨੂੰ ਨਸ਼ਟ ਨਹੀਂ ਕਰ ਸਕਦੇ। ਉਹ ਕਿਉਂ? ਕੋਈ ਪਤਾ ਹੀ ਨਹੀਂ ਹੁੰਦਾ ਮੈਂ ਹੰਕਾਰੀ। ਇਸ ਕਰਕੇ ਜਿਹੜਾ ਆਪਣਾ ਹੰਕਾਰ ਹੈ, ਜਿਹੜਾ ਮੇਰੇ 'ਚ ਹੰਕਾਰ ਹੈ, ਉਹ ਬਚ ਜਾਂਦਾ। ਦੂਸਰੇ ਦਾ ਹੰਕਾਰ ਬੜੀ ਛੇਤੀ ਦਿਸਦਾ, ਆਪਣਾ ਹੰਕਾਰ ਨਹੀਂ ਦਿਸਦਾ। ਸੋ ਆਪਣਾ ਹੰਕਾਰ ਉਦੋਂ ਦਿਸਦਾ ਜਦੋਂ ਗੁਰਬਾਣੀ ਦੀ ਰੌਸ਼ਨੀ ਪੈਂਦੀ ਹੈ। ਹੁਣ ਆਪਣੇ ਹੰਕਾਰ ਨੂੰ ਸੋ ਕਿਸ ਤਰੀਕੇ ਦੇ ਨਾਲ ਇਹ 'ਤੇ ਪ੍ਰਹਾਰ ਕਰਨਾ, ਉੱਥੇ ਫਿਰ ਮਹਾਰਾਜ ਨੇ, ਭਗਤ ਜੀ ਨੇ ਇੱਕ ਜੁਗਤੀ ਦੱਸੀ ਹੈ। ਕਹਿੰਦੇ ਦੀਨ ਬਣਨਾ ਪੈਣਾ, ਕਿਉਂਕਿ ਇਸ ਹੰਕਾਰ 'ਤੇ ਪ੍ਰਹਾਰ ਤਾਂ ਗੁਰੂ ਕਰੇਗਾ। ਇਸ ਹੰਕਾਰ ਨੂੰ ਨਸ਼ਟ ਗੁਰੂ ਕਰਦਾ ਹੈ। ਪਰ ਗੁਰੂ ਕਿਹਨਾਂ ਦੇ ਹੰਕਾਰ ਨੂੰ ਨਸ਼ਟ ਕਰਦਾ ਹੈ? ਜਿਹੜਾ ਦੀਨ ਬਣਦਾ, ਮਨ ਦੀ ਗਰੀਬੀ ਧਾਰਨ ਕਰ ਲੈਂਦਾ। ਉੱਥੇ ਹੁਣ ਕਹਿੰਦੇ ਵੀ ਜੇ ਮਨ ਦੀ ਗਰੀਬੀ ਧਾਰਨ ਕਰ ਲਈ ਤਾਂ ਹੰਕਾਰ ਤਾਂ ਰਿਹਾ ਹੀ ਨਾ, ਹੰਕਾਰ ਤਾਂ ਰਿਹਾ ਹੀ ਨਾ ਜਦੋਂ ਮਨ ਦੀ ਗਰੀਬੀ ਧਾਰਨ ਕਰ ਲਈ। ਨਹੀਂ, ਇੱਥੇ ਮਨ ਦੀ ਗਰੀਬੀ ਆਉਣੀ ਹੈ ਵੀ ਮੈਂ ਹੰਕਾਰ ਨੂੰ ਢਾਉਣ 'ਚ ਜਾਂ ਹੰਕਾਰ ਨੂੰ ਨਸ਼ਟ ਕਰਨ ਦੇ ਵਿੱਚ ਅਸਮਰੱਥ ਹੈ। ਮੇਰੇ ਕੋਲ ਇਹ ਹੰਕਾਰ ਨਸ਼ਟ ਨਹੀਂ ਹੁੰਦਾ। ਮੈਂ ਮਾੜਾ ਜਿਹਾ ਵੀ ਕੋਈ ਚੰਗਾ ਕਰਮ ਕਰ ਲਵਾਂ ਅਤੇ ਹੰਕਾਰ ਹੋ ਜਾਂਦਾ। ਕਈ ਬੇਵੱਸ ਹੁੰਦੇ ਨੇ, ਕਹਿੰਦੇ ਮੈਂ ਕਰਾਂ ਕੀ, ਹੈ ਨਾ, ਮੈਂ ਮਾੜਾ ਜਿਹਾ ਵੀ ਕੋਈ ਚੰਗਾ ਬੋਲ ਲਵਾਂ, ਚੰਗਾ ਕਰਮ ਕਰ ਲਵਾਂ, ਯਕਦਮ ਹੰਕਾਰ ਆ ਜਾਂਦਾ। ਚਾਹੁੰਦੇ ਤਾਂ ਹੁੰਦੇ ਨੇ ਹੰਕਾਰ ਨਾ ਆਵੇ, ਪਰ ਹੰਕਾਰ ਆ ਜਾਂਦਾ। ਬੇਵੱਸੀ, ਉੱਥੇ ਬੇਵੱਸੀ ਹੁੰਦੀ ਹੈ। ਜਿੰਨਾ ਚਿਕਰ ਇਹ ਬੇਵੱਸੀ ਵਾਲੀ ਸਥਿਤੀ ਵਿੱਚ ਨਹੀਂ ਆਉਂਦਾ, ਉਹਨਾਂ ਚਿਕਰ ਫਿਰ ਸੋ ਜਿਹੜਾ ਦੀਨਾਂ 'ਤੇ ਦਇਆ ਕਰਨੇ ਵਾਲਾ ਕਦੀ ਗਰਭ 'ਤੇ ਪ੍ਰਹਾਰ ਨਹੀਂ ਕਰਦਾ। ਜਦੋਂ ਕਹਿੰਦਾ ਕਿਰਪਾ ਕਰੋ ਵੀ ਮੈਂ ਬੇਵੱਸ ਹਾਂ, ਮੇਰੇ ਕੋਲੋਂ ਹੰਕਾਰ ਨਹੀਂ ਨਸ਼ਟ ਹੁੰਦਾ, ਉਹਦਾ ਨੁਕਸਾਨ ਬੜਾ। ਜੇ ਹੰਕਾਰ ਮੇਰੇ ਵਿੱਚ ਇੱਦਾਂ ਹੀ ਰਹਿ ਗਿਆ, ਨੁਕਸਾਨ ਕੀ ਹੈ? ਨੁਕਸਾਨ ਇਹ ਆ ਵੀ ਚਰਨ ਧੂੜ ਪ੍ਰਵੇਸ਼ ਨਹੀਂ ਕਰੇਗੀ, ਬ੍ਰਹਮ ਦਾ ਗਿਆਨ ਮੇਰੇ ਅੰਦਰ ਪ੍ਰਵੇਸ਼ ਨਹੀਂ ਕਰੇਗਾ। ਨਿਰਾ ਵਿਦਵਤਾ ਦਾ ਗਿਆਨ ਰਹਿ ਜਾਣਾ, ਜਿਹੜੀ ਵਿਦਵਤਾ ਆ। ਅਤੇ ਇਹ ਵਿਦਵਤਾ ਨੂੰ ਮੈਂ ਕੀ ਕਰਨਾ? ਵਿਦਵਤਾ ਜੀਵਨ ਖਰਾਬ ਕਰਨ ਦੀ ਹੰਕਾਰੀ
ਬਣਾਉਣ ਦੀ। ਤੇ ਬਾਣੀ ਦਾ ਬਚਨ ਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀ ਬੰਦਾ ਨਿੰਦਕ ਬਣ ਜਾਂਦਾ। ਜਿਹੜਾ ਹੰਕਾਰੀ ਹੀ ਨਿੰਦਕ ਬਣਦਾ, ਗੁਣਾਂ ਵਾਲਾ ਹੀ ਨਿੰਦਕ ਬਣਦਾ। ਅਵਗੁਣਾਂ ਵਾਲਾ ਤਾਂ ਆਪਣੇ ਆਪ ਨਹੀਂ ਕੋਸਦਾ ਰਹਿੰਦਾ, ਮੈਂ ਕੀ ਕਰਾਂ, ਮੈਂ ਤਾਂ ਬੜਾ ਮਾੜਾ, ਮੈਂ ਤਾਂ ਬੜਾ ਭੈੜਾ। ਸੋ ਹਮੇਸ਼ਾ ਅਵਗੁਣਾਂ ਵਾਲਾ ਆਪਣੇ ਆਪ ਨੂੰ ਕੋਸੇਗਾ। ਜਿਹਦੇ ਵਿੱਚ ਗੁਣ ਨੇ ਉਹ ਦੂਸਰਿਆਂ ਨੂੰ ਕੋਸੇਗਾ, ਉਹ ਦੂਸਰਿਆਂ ਦੀ ਨਿੰਦਿਆ ਵਿੱਚ ਆ ਜਾਵੇਗਾ। ਸੋ ਉਹ ਹੁਣ ਹੰਕਾਰ ਹੋਣ ਕਰਕੇ ਜਿਹੜਾ ਧਰਮ ਦਾ ਕਾਨੂੰਨ ਹੈ ਉਹਦਾ ਫੈਸਲਾ ਹੈ ਵੀ ਨਾਮ ਦਾ ਵਾਸਾ ਨਹੀਂ ਹੁੰਦਾ, ਅਤੇ ਹੰਕਾਰੀਆਂ ਨੂੰ ਉਹ ਪਿੱਠ ਦੇ ਦਿੰਦਾ। ਹੰਕਾਰੀਆਂ ਨਿੰਦਕਾਂ ਪਿੱਠ ਦੇ। ਜਦੋਂ ਉਹਦੀ ਪਿੱਠ ਹੋ ਗਈ ਤਾਂ ਸਾਰੇ ਪਾਸੇ ਤੋਂ ਪਿੱਠ ਹੋ ਜਾਣੀ। ਜਦੋਂ ਨਿਰੰਕਾਰ ਦੀ ਪਿੱਠ ਹੋ ਗਈ, ਗੁਰੂ ਦੀ ਪਿੱਠ ਹੋ ਗਈ, ਇਹਨਾਂ ਗੱਲਾਂ ਦਾ ਖਤਰਾ ਆ, ਬੜੀ ਪਰੇਸ਼ਾਨੀ ਉਠਾਉਣੀ ਪੈਂਦੀ। ਇਸ ਕਰਕੇ ਮੇਰੇ ਗਰਭ 'ਤੇ ਪ੍ਰਹਾਰ ਕਰੋ, ਮੇਰੇ ਹੰਕਾਰ 'ਤੇ ਪ੍ਰਹਾਰ ਕਰੋ। ਉਹਦਾ ਜਦੋਂ ਪ੍ਰਹਾਰ ਹੁੰਦਾ, ਕੁਠਾਰ ਚੱਲਦਾ, ਫਿਰ ਕੁਹਾੜਾ ਚੱਲਦਾ। ਉਹਦੇ ਪ੍ਰਹਾਰ ਦੇ ਵਿੱਚ, ਉਹਦੇ ਪ੍ਰਹਾਰ ਦੇ ਥੱਲੇ ਹੰਕਾਰ ਚਕਨਾ ਚੂਰ ਹੋ ਜਾਂਦਾ। ਹੰਕਾਰ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਫਿਰ ਚਰਨ ਸ਼ਰਨ ਨਾਮਾ ਬਲ ਤਿਹਾਰੀ। ਭਗਤ ਨਾਮਦੇਵ ਜੀ ਕਹਿ ਰਹੇ ਨੇ, ਹੇ ਦੀਨ ਕੇ ਦਿਆਲ, ਹੇ ਪ੍ਰਮਾਤਮਾ ਪਰਮੇਸ਼ਰ, ਸੋ ਮੈਂ ਤੇਰੇ ਤੋਂ ਬਲਿਹਾਰ ਹਾਂ। ਮੈਂ ਜਦੋਂ ਤੇਰੀ ਚਰਨ ਸ਼ਰਨ ਵਿੱਚ ਆਇਆ, ਮੈਂ ਆਪਣੀ ਸਥਿਤੀ ਦੱਸੀ, ਤੂੰ ਮੇਰੇ 'ਤੇ ਗੁਰਬਾਣੀ ਦਾ ਪ੍ਰਹਾਰ ਕੀਤਾ, ਬ੍ਰਹਮ ਵਿਦਿਆ ਦਾ ਪ੍ਰਹਾਰ ਕੀਤਾ, ਮੇਰੇ ਹੰਕਾਰ ਨੂੰ ਤੂੰ ਚਕਨਾ ਚੂਰ ਕਰ ਦਿੱਤਾ। ਸੋ ਤਦੇ ਕਹਿੰਦੇ ਨੇ, ਨਾਮ ਦਿਓ ਮੁਖ ਲਾਇਆ। ਨਾਮ ਦੇ ਮੁਖ ਕਿਉਂ ਲਾਇਆ? ਕਾਰਨ ਕੀ? ਕਿਉਂਕਿ ਹੁਣ ਹੰਕਾਰ ਨਹੀਂ ਸੀ ਭਗਤ ਨਾਮ ਦੇ ਵਿੱਚ। ਹੰਕਾਰ ਨਹੀਂ ਸੀ ਅਤੇ ਨਾਲ ਨਿੰਦਿਆ ਵੀ ਨਹੀਂ ਸੀ। ਹੰਕਾਰੀਆਂ ਨਿੰਦਕਾਂ ਨੂੰ ਉਹ ਪਿੱਠ ਦਿੰਦਾ ਹੈ। ਜਿਨ੍ਹਾਂ ਦੇ ਅੰਦਰੋਂ ਹੰਕਾਰ ਖਤਮ ਹੈ, ਨਿੰਦਾ ਖਤਮ ਹੈ, ਉਹਨਾਂ ਨੂੰ ਉਹ ਮੁਖ ਦੇ ਨਾਲ ਲਾਉਂਦਾ। ਨਾਮ ਦਿਓ ਮੁਖ ਲਾਇਆ। ਭਗਤ ਨਾਮਦੇਵ ਜੀ ਕਹਿੰਦੇ ਹੇ ਪ੍ਰਮਾਤਮਾ ਪਰਮੇਸ਼ਰ, ਤੂੰ ਮੈਨੂੰ ਮੁੱਖ ਦੇ ਨਾਲ ਲਾ ਲਿਆ, ਇਸ ਕਰਕੇ ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਬਲ ਤਿਹਾਰੀ, ਤਿਹਾਰੀ ਤੇਰੇ ਤੋਂ ਬਲ ਕੁਰਬਾਨ, ਤੇਰੇ ਤੋਂ ਸਦਕੇ ਜਾਨਾ, ਤੇਰੇ ਤੋਂ ਬਲਿਹਾਰ ਜਾਨਾ। ਕਿਉਂ? ਕਿਉਂਕਿ ਤੂੰ ਮੈਨੂੰ ਮੁੱਖ ਦੇ ਨਾਲ ਲਾ ਲਿਆ। ਫਿਰ ਤੂੰ ਮੈਨੂੰ ਚਰਨਾਂ ਦੇ ਵਿੱਚ ਜਗ੍ਹਾ ਦਿੱਤੀ। ਚਰਨਾਂ ਵਿੱਚ ਜਗ੍ਹਾ ਵੀ ਕਿਹੜਾ ਸਾਰਿਆਂ ਨੂੰ ਮਿਲ ਜਾਂਦੀ ਹੈ। ਸੋ ਉਹ ਚਰਨਾਂ ਦੇ ਵਿੱਚ ਜਗ੍ਹਾ ਦੇਖ ਕੇ ਦਿੰਦਾ, ਐਵੇਂ ਨਹੀਂ ਸਾਰਿਆਂ ਨੂੰ ਚਰਨਾਂ ਵਿੱਚ ਜਗ੍ਹਾ ਦੇਣੀ। ਚਰਨ ਕਮਲ ਕੀ ਤਾਂ ਮੌਜ ਹੀ ਬਹੁਤ ਹੈ। ਹੁਣ ਜਿੱਥੇ ਇੰਨੀਆਂ ਸੁੱਖ ਸਹੂਲਤਾਂ ਹੋਣ, ਉੱਥੇ ਐਂਟਰੀ ਹੋ ਸਕਦੀ ਹੈ? ਕਦੀ ਵੀ ਨਹੀਂ ਹੋ ਸਕਦੀ ਹੈ। ਜਿਸ ਜਗ੍ਹਾ 'ਤੇ ਸੁੱਖ ਆ, ਸਹੂਲਤ ਹੈ, ਸੋ ਸਾਰਾ ਕੁਛ ਵਧੀਆ ਆ, ਉਹਦੇ ਵਿੱਚ ਐਂਟਰੀ ਪਾਉਣ ਵਾਸਤੇ ਵੀ ਤਾਂ ਕੁਝ ਨਿਯਮ ਹੁੰਦੇ ਨੇ। ਹੁਣ ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਨੇ, ਇਹਨਾਂ ਦੇ ਵਿੱਚ ਸੁੱਖ ਆ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਉਹਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਵਿੱਚ ਕਿੰਨਾ ਕੁ ਸੁੱਖ ਹੈ। ਇਸ ਕਰਕੇ ਹੰਕਾਰੀਆਂ ਨੂੰ ਤਾਂ ਐਂਟਰੀ ਨਹੀਂ ਉੱਥੇ। ਸਭ ਤੋਂ ਵੱਡਾ ਰੋਗ ਉੱਥੇ ਹੰਕਾਰ ਦਾ ਆ। ਸੋ ਜੇ ਹੰਕਾਰ ਹੈ ਵੀ ਤੇ ਬੇਨਤੀ ਕਰ ਦੇਵੇ ਜੀ ਇਹਨੂੰ ਖਤਮ ਕਰ ਦਿਓ, ਤਾਂ ਖਤਮ ਕਰ ਦਿੰਦਾ। ਸਤਿਗੁਰੂ ਜੀ ਮਹਾਰਾਜ ਜੀ ਕਿਰਪਾ ਕਰ ਸਕਦੇ ਨੇ। ਇਸ ਕਰਕੇ ਜਿਨ ਸਿਰਿਆ ਤਿਨੇ ਸਵਾਰਿਆ। ਸਤਿਗੁਰੂ ਜੀ ਘਾੜਤ ਘੜਦੇ ਨੇ, ਸਵਾਰਦੇ ਨੇ, ਇਹਨੂੰ ਯੋਗ ਬਣਾਉਂਦੇ ਨੇ। ਚਰਨ ਸ਼ਰਨ, ਰੱਬ ਦੀ ਚਰਨ ਸ਼ਰਨ ਵਿੱਚ ਲਿਆਉਣ ਦੇ ਯੋਗ ਬਣਾਉਂਦੇ ਨੇ। ਗੁਰਬਾਣੀ ਜਿਹੜੀ ਹੈ ਸਾਡੀ ਘਾੜਤ ਘੜਦੀ ਹੈ। ਜਦੋਂ ਇਹਦੀ ਘਾੜਤ ਘੜੀ ਜਾਂਦੀ ਹੈ, ਚਰਨਾਂ ਸ਼ਰਨਾਂ ਵਿੱਚ ਆਉਣ ਦੇ ਯੋਗ ਹੋ ਜਾਂਦਾ ਹੈ, ਅਤੇ ਜਦੋਂ ਉੱਥੇ ਬੈਠਦਾ, ਉੱਥੇ ਉਸ ਅਵਸਥਾ 'ਚ, ਅਵਸਥਾ ਹੈ ਚਰਨ ਸ਼ਰਨ, ਇੱਕ ਅਵਸਥਾ ਹੈ, ਕੋਈ ਜਗ੍ਹਾ ਥੋੜ੍ਹੀ ਹੈ। ਚਰਨ ਸ਼ਰਨ ਅਵਸਥਾ ਦਾ ਨਾਂ ਆ। ਜਦੋਂ ਅਵਸਥਾ ਪ੍ਰਾਪਤ ਹੁੰਦੀ ਹੈ, ਉਹ ਅਵਸਥਾ ਕਿਹੜੀ ਆ? ਜਦੋਂ ਸੋ ਸਾਰੇ ਪਾਸੇ ਰੱਬ ਦੀ ਮੌਜੂਦਗੀ ਦੇਖਦਾ। ਜਦੋਂ ਕਹਿੰਦਾ ਸੋ ਉੱਪਰ ਵੀ ਤੂੰ, ਥੱਲੇ ਵੀ ਤੂੰ, ਆਲੇ ਦੁਆਲੇ 10 ਦਿਸ਼ਾਵਾਂ ਦੇ ਵਿੱਚ ਤੂੰ, ਤੋਹੀ ਮੋਹੀ ਮੋਹੀ ਤੋਹੀ। ਇਹ ਚਰਨ ਸ਼ਰਨ ਦੀ ਅਵਸਥਾ ਹੈ, ਜੋ ਭਗਤ ਰਵਿਦਾਸ ਜੀ ਨੇ ਵੀ ਜਿਸ ਅਵਸਥਾ ਦਾ ਜ਼ਿਕਰ ਕੀਤਾ ਹੈ। ਸੋ ਜਦੋਂ ਚਰਨ ਸ਼ਰਨ ਦੀ ਅਵਸਥਾ ਭਗਤ ਨੂੰ ਪ੍ਰਾਪਤ ਹੁੰਦੀ, ਕਹਿੰਦਾ ਵੀ ਤੇਰੀ ਕਿਰਪਾ ਦੇ ਨਾਲ ਮੈਨੂੰ ਅਵਸਥਾ ਮਿਲੀ ਆ, ਵੀ ਤੇਰੇ ਤੋਂ ਮੈਂ ਬਲਿਹਾਰ ਜਾਂਦਾ। ਸੋ ਕਿਰਪਾ ਹੋਈ, ਭਗਤ ਨਾਮਦੇਵ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ।
ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋਂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾਂ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾਂ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ। ਗੁਰ ਤੇ ਜਾਣੀ ਸੁਣ ਤੇ ਪਨੀਤ। ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ। ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੂਖ ਕੋਈ ਨ ਜਾਣੈ ਤੁਮਰਾ ਅੰਤ। ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਮਣੀ ਧਿਆਇ। ਅੰਗਦ ਵਰਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ। ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਵਿਖੇ ਸਭ ਧਿਆਏ ਤੇਗ ਬਹਾਦਰ ਸਿਮਰਿਆ ਕਰਨੋ ਦਇਆਲ ਧਾਰੇ। ਸਭ ਥਾਈ ਹਮ ਸੁਹਾਏ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹਮ ਸੁਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ 40 ਹਸਤੀਆਂ ਹੱਟੀਆਂ ਜੱਪੀਆਂ ਤਪੀਆਂ ਸਿਰਕਵਾਨਾ। ਜਿਨ੍ਹਾਂ ਤੇਰਾ ਨਾਮ ਜਪਿਆ ਵਡ ਛਕਿਆ ਦੇਖ ਚਲਾਈ ਤੇਗ ਬਾਣੀ ਦੇਖ ਕੇ ਅੰਮ੍ਰਿਤ ਪੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਸਿੱਖਣੀਆਂ ਧਰਮ ਹਿਤ ਸਿੱਖ ਦਿੱਤੇ ਬੰਦ ਮਤ ਕਟਵਾਏ। ਗੁਰੂ ਪੀਰਾਂ ਹਮੇ ਚੱਕੜੀਆਂ ਦੀ ਚੜੇ। ਤਨ ਵਾਰਿਆਂ ਨਾਲ ਤਿਰਵਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਿਖਾਰਿਆ ਸਿੱਖੀ ਸਦਰ ਕੇਸਾਂ ਸਵਾਸਾਂ ਕਾਢੀਆਂ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਰਤਮੈਨ ਸਰਬਤ ਖਾਲਸਾ ਜੀ ਕੀ ਅਕਾਲ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿ ਆਵਤ ਸਦਕਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਖਿਆ ਰਿਆਏ। ਦੇਖ ਦੇਖ ਫਤਿਹ ਗੁਰਮਤਿ ਸਾਹਿਬ ਪੰਥ ਕੀਤੀ ਸਾਹਿਬ ਜੀ ਸਹਾਏ। ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾ
ਬਖਸ਼ੀਆਂ ਦਾਤਾਂ ਚੋਂ ਕੜਾ ਪ੍ਰਸ਼ਾਦੀ ਦੀ ਹਾਜ਼ਰ ਨੇ ਕਰੀ ਪਾਪ ਸਭ ਸੋਚ ਵਿਚਾਰ ਰਾਮ ਕੋ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਜੀ ਛਕਿਆ ਆਪਣਾ ਨਾਮ ਜਪੇ ਪਾਵਨ ਹੁਕਮ ਬਖਸ਼ੋ ਸੰਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮਿਲਣ ਜਿਨ੍ਹਾਂ ਦੀਆਂ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਦੁਰਾਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕੋਮਲ ਲੋਚਾ ਹੈ ਉਹ ਸ਼ਬਦ ਮੈਲੇ ਰਾਜ ਕਰੀ ਦਾ ਖਾਲਸਾ ਆਕੀ ਰਹੇ ਨਾ ਕੋਏ ਮੈਂ ਸਾ ਮਿਲਾਂਗੇ ਬਚੇ ਸ਼ਰਨ ਜੋ ਹੋਏ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ ਕਰ ਸਿਉ ਦੇ ਗੁਰ ਪਾਰ ਉਤਾਰਨ ਹਾਰ ਜਾ ਕੀ ਬਾਤ ਮੈਂ ਕਲਗੀ ਸੋ ਹੈ ਸੀਸ ਰਛਿਆ ਕਰੀ ਗੁਰ ਕਲਗੀ ਧਾਰ ਜਗਦੀਸ਼। ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ। ਚੌਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ। ਪਾਪ ਮਲੋਵਾ ਮਲ ਮਲ ਧੂਵਾ ਇਹ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਪ੍ਰਭ ਮਿਲਾਉ ਦੇਹ ਉਪਦੇਸਾ। ਮਨ ਨ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜੀਉ ਪਾਈਐ। ਭਇਓ ਅਨਗੁਰੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਭਇਓ ਅਨਗੁਰੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।